ਲੱਖਾਂ ਲੋਕਾਂ ਦੇ ਵਿਚਾਰ ਬਦਲ ਦੇਣ ਵਾਲੀ ਵਿਸ਼ਵ ਪ੍ਰਸਿੱਧ ਪੁਸਤਕ ਤੇ ਦੇਵ ਪੁਰਸ਼ ਹਾਰ ਗਏ ਦਾ ਪੇਸ਼ ਹੈ ਅੱਜ ਪਾਠ 19 ਗੁਆਚੀ ਕੁੜੀ ਲੱਭਣ ਵਾਲਾ ਲਾਈਟ ਰੀਡਰ। ਬਹੁਤ ਪੁਰਾਣੇ ਸਮਿਆਂ ਤੋਂ ਲੋਕਾਂ ਵਿੱਚ ਜਾਦੂਗਰੀ ਤੇ ਮਲਿਆਲੀ ਹੀ ਕਾਬਜ ਰਹੇ। ਅਕਲਮੰਦ ਮਲਿਆਲੀ ਇਸ ਕੰਮ ਨੂੰ ਪੈਸੇ ਕਮਾਉਣ ਦਾ ਵਧੀਆ ਸਾਧਨ ਸਮਝਦੇ ਸਨ। ਸਰਕਾਰ ਵੱਲੋਂ ਪ੍ਰਵਾਸੀ ਕਾਨੂੰਨ ਸਖਤ ਕਰ ਦੇਣ ਨਾਲ ਬਹੁਤ ਸਾਰੇ ਮਲਿਆਲੀਆਂ ਨੂੰ ਜ਼ਬਰਦਸਤੀ ਇਹ ਦੇਸ਼ ਛੱਡਣਾ ਪਿਆ। ਇਸ ਤਰ੍ਹਾਂ ਇਹਨਾਂ ਦੀ ਥਾਂ ਤੇ ਇਸ ਜਾਦੂਗਰੀ ਦੇ ਕੰਮ ਵਿੱਚ ਕਈ ਸਿਹਾਲੀ ਵੀ ਸ਼ਾਮਲ ਹੋ ਗਏ। ਪਰ ਲੰਕਾ ਵਿੱਚ ਕਾਮਯਾਬ ਜਾਦੂਗਰ ਬਣਨ ਵਾਸਤੇ ਮਲਿਆਲੀ ਹੋਣਾ ਜਾਂ ਕਿਸੇ ਮਲਿਆਲੀ ਪ੍ਰੋਫੈਸਰ ਦਾ ਚੇਲਾ ਹੋਣਾ ਬਹੁਤ ਜ਼ਰੂਰੀ ਸੀ, ਕਿਉਂਕਿ ਇਸ ਦੇਸ਼ ਵਿੱਚ ਕੇਰਲਾ ਦੇ ਲੋਕ ਕਾਲੇ ਜਾਦੂ ਲਈ ਖਾਸ ਤੌਰ ਤੇ ਮਸ਼ਹੂਰ ਹਨ। ਬਹੁਤ ਸਾਰੇ ਇੱਥੇ ਵਸੇ ਹੋਏ ਮਲਿਆਲੀ ਭਾਵੇਂ ਇਹ ਮਸ਼ਹੂਰੀ ਸਿਰਫ ਫਰੇਬ ਅਤੇ ਧੋਖੇ ਨਾਲ ਹੀ ਹਾਸਲ ਕਰਦੇ ਹਨ। 20 ਅਪ੍ਰੈਲ 1963 ਨੂੰ ਦਾ ਸਿਲੋਨ ਡੇਲੀ ਨਿਊਜ਼ ਅਖਬਾਰ ਵਿੱਚ ਇੱਕ ਖਬਰ ਛਪੀ ਜਿਸ ਦੀ ਸੁਰਖੀ ਸੀ, ਇੱਕ ਲਾਈਟ ਰੀਡਰ ਜਿਸ ਨੇ ਇੱਕ ਜ਼ਬਰਦਸਤੀ ਉਧਾਲੀ ਹੋਈ ਕੁੜੀ ਲੱਭਣ ਵਿੱਚ ਮਦਦ ਕੀਤੀ। ਇਸ ਰਿਪੋਰਟ ਦਾ ਪਹਿਲਾ ਪੈਰਾ ਇਸ ਤਰ੍ਹਾਂ ਸੀ, ਇੱਕ ਜ਼ਬਰਦਸਤੀ ਉਧਾਲੀ ਹੋਈ ਜਵਾਨ ਕੁੜੀ ਨੂੰ ਲੱਭਣ ਵਿੱਚ ਇੱਕ ਲਾਈਟ ਰੀਡਰ ਨੇ ਸਹਾਇਤਾ ਕੀਤੀ ਹੈ। ਉਸਨੇ ਜਿਸ ਟੈਕਸੀ ਵਿੱਚ ਕੁੜੀ ਲਿਜਾਈ ਗਈ ਸੀ ਉਸ ਦਾ ਸਹੀ ਨੰਬਰ ਤੇ ਜਿਸ ਦਿਸ਼ਾ ਵਿੱਚ ਕੁੜੀ ਗਈ ਸੀ ਠੀਕ ਦੱਸ ਦਿੱਤੇ। ਕੋਲੰਬੋ ਦੇ ਕਾਰਜਕਾਰੀ ਚੀਫ ਮਜਿਸਟਰ ਮਿਸਟਰ ਜੇ ਸੈਨਾਈ ਥੀ ਰਾਜਾ ਦੀ ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ ਸਮੇਂ ਇਹ ਦੱਸਿਆ ਗਿਆ। ਇਸ ਕੇਸ ਵਿੱਚ W ਕੁਮਾਰਤੁੰਗਾ ਅਤੇ W ਅਮਾਰਤੁੰਗਾ ਦੋਸ਼ੀ ਸਨ। ਇਹ ਦੋਵੇਂ ਮੈਡਮ ਪਿਤੀਆ ਰੋਡ ਗ੍ਰੈਂਡ ਪਾਸ ਤੇ ਰਹਿੰਦੇ ਸਨ। ਇੱਥੋਂ ਦੀ ਇੱਕ ਤਾੜੀ ਦੀ ਦੁਕਾਨ ਦੇ ਮੈਨੇਜਰ EPS ਰਮਨ ਦੀ 15 ਸਾਲਾ ਕੁੜੀ ਜ਼ਬਰਦਸਤੀ ਚੁੱਕ ਲਈ ਗਈ ਸੀ। ਅਖਬਾਰ ਵਿੱਚ ਇਹ ਖਬਰ ਛਪਣ ਦੀ ਦੇਰ ਸੀ ਕਿ ਮੈਨੂੰ ਇਸ ਜਾਦੂਗਰ ਘਟਨਾ ਬਾਰੇ ਮੇਰੇ ਵਿਚਾਰ ਪ੍ਰਗਟ ਕਰਨ ਲਈ ਕਈ ਖੱਤ ਆਏ ਅਤੇ ਇਹ ਵੀ ਪੁੱਛਿਆ ਗਿਆ ਕਿ ਇਸ ਲਾਈਟ ਰੀਡਰ ਦੀ ਇਸ ਜਾਦੂਗਰੀ ਦੀ ਸ਼ਕਤੀ ਬਾਰੇ ਮੇਰੀ ਕੀ ਰਾਏ ਹੈ। ਮੈਂ ਜਾਂਚ ਪੜਤਾਲ ਆਰੰਭ ਕੀਤੀ। 26 ਜਨਵਰੀ 1963 ਨੂੰ ਮੈਂ ਮੈਡਮ ਪਿਤੀਆ ਵੱਲ ਗਿਆ। ਮੈਂ ਇਸ ਜਗ੍ਹਾ ਅਜਨਬੀ ਸਾਂ, ਇਸ ਲਈ ਮੈਂ ਆਪਣੀ ਕਾਰ ਇੱਕ ਚਾਹ ਦੀ ਦੁਕਾਨ ਸਾਹਮਣੇ ਰੋਕੀ ਤਾਂ ਕਿ ਅਸਲੀ ਠਿਕਾਣੇ ਬਾਰੇ ਪੁੱਛ ਪੜਤਾਲ ਕੀਤੀ ਜਾ ਸਕੇ। ਮੈਨੂੰ ਇਹ ਜਾਣ ਕੇ ਹੈਰਾਨੀਜਨਕ ਖੁਸ਼ੀ ਹੋਈ ਕਿ ਇਸ ਦੁਕਾਨ ਦਾ ਮਾਲਕ ਰਾਘਵਨ ਇੱਕ ਮਲਿਆਲੀ ਸੀ, ਜਿਸ ਨੇ ਇੱਕ ਸਥਾਨਕ ਕੁੜੀ ਨਾਲ ਸ਼ਾਦੀ ਕਰਕੇ ਇੱਥੋਂ ਦੀ ਨਾਗਰਿਕਤਾ ਹਾਸਲ ਕਰ ਲਈ ਸੀ। ਰਾਘਵਨ ਵੀ ਮੈਨੂੰ ਇੱਕ ਹੋਰ ਮਲਿਆਲੀ ਨੂੰ ਮਿਲ ਕੇ ਬਹੁਤ ਖੁਸ਼ ਹੋਇਆ। ਜਦੋਂ ਮੈਂ ਉਸ ਨੂੰ ਆਪਣੇ ਮਿਸ਼ਨ ਬਾਰੇ ਦੱਸਿਆ ਤਾਂ ਰਾਘਵਨ ਦਾ ਚਿਹਰਾ ਚਮਕ ਉੱਠਿਆ, ਕਿਉਂਕਿ ਉਸ ਨੂੰ ਇਸ ਕੇਸ ਦੀ ਹਰ ਗੱਲ ਬਾਰੇ ਪਤਾ ਸੀ। ਰਾਘਵਨ ਮੇਰੇ ਨਾਲ ਕਾਲੇ ਜਾਦੂਗਰ ਪੱਪੂ ਕੋਲ ਗਿਆ। ਇਹ ਜਾਦੂਗਰ ਪੱਪੂ ਉਹੀ ਪ੍ਰਸਿੱਧ ਮਲਿਆਲੀ ਕਾਲਾ ਜਾਦੂਗਰ ਸੀ ਜਿਸ ਨੇ ਉਸ ਟੈਕਸੀ ਦਾ ਸਹੀ ਨੰਬਰ ਦੱਸਿਆ ਸੀ, ਜਿਸ ਵਿੱਚ ਰਮਨ ਦੀ 15 ਸਾਲਾਂ ਦੀ ਧੀ ਜ਼ਬਰਦਸਤੀ ਚੁੱਕ ਕੇ ਲਿਜਾਈ ਗਈ ਸੀ। ਰਾਘਵਨ ਮੇਰੇ ਨਾਲ ਹੀ ਕਾਰ ਵਿੱਚ ਬੈਠ ਗਿਆ ਅਤੇ ਅਸੀਂ ਪੱਪੂ ਦੀ ਰਿਹਾਇਸ਼ਗਾਹ ਤੇ 2 ਮੀਲ ਦਾ ਪੰਧ ਕੱਟ ਕੇ ਪਹੁੰਚੇ। ਰਾਘਵਨ ਦੀ ਚਾਹ ਦੁੱਧ ਦੀ ਦੁਕਾਨ ਕੋਲੰਬੋ ਦੇ ਇਸ ਹਿੱਸੇ ਵਿੱਚ ਬਾਕੀ ਰਹਿੰਦੇ ਕੁਝ ਮਲਿਆਲੀਆਂ ਦੇ ਮਿਲਣ ਦਾ ਇੱਕ ਚੰਗਾ ਅੱਡਾ ਹੈ। ਇੱਥੇ ਤਾੜੀ, ਇੱਕ ਖਾਸ ਕਿਸਮ ਦੀ ਸ਼ਰਾਬ ਜਿਹੜੀ ਤਾੜੀ ਦੇ ਦਰਖਤਾਂ ਤੋਂ ਤਿਆਰ ਕੀਤੀ ਜਾਂਦੀ ਹੈ, ਦੀਆਂ 2 ਦੁਕਾਨਾਂ ਹਨ, ਜਿਨ੍ਹਾਂ ਵਿੱਚੋਂ ਇੱਕ ਜ਼ਬਰਦਸਤੀ ਉਧਾਲੀ ਗਈ ਕੁੜੀ ਦੇ ਪਿਓ ਦੀ ਹੈ। ਚਾਹ ਦੀ ਦੁਕਾਨ ਤੋਂ ਰਾਘਵਨ ਦੀ ਆਮਦਨੀ ਨਾਲ ਮੁਸ਼ਕਲ ਨਾਲ ਹੀ ਉਸਦੀ ਸਥਾਨਕ ਪਤਨੀ ਅਤੇ ਉਸਦੇ 2 ਬੱਚਿਆਂ ਦਾ ਗੁਜ਼ਾਰਾ ਹੁੰਦਾ ਹੈ। ਕਰੰਸੀ ਕਾਨੂੰਨ ਦੀ ਸਖਤਾਈ ਕਾਰਨ ਹੁਣ ਉਹ ਆਪਣੇ ਪਿੰਡ ਆਪਣੀ ਮਲਿਆਲੀ ਪਤਨੀ ਅਤੇ ਬੱਚਿਆਂ ਨੂੰ ਪੈਸੇ ਨਹੀਂ ਭੇਜਦਾ। ਚਾਹ ਦੀ ਦੁਕਾਨ ਦੀ ਆਮਦਨੀ ਤੋਂ ਇਲਾਵਾ ਇੱਕ ਮਲਿਆਲੀ ਹੋਣ ਕਰਕੇ ਉਹ ਕੁਝ ਮੰਤਰ ਆਦਿ ਪੜ੍ਹ ਕੇ ਵੀ ਵਾਧੂ ਪੈਸੇ ਕਮਾ ਲੈਂਦਾ ਹੈ, ਜੇ ਉਸ ਨੂੰ ਮੁਨਾਸਬ ਗਾਹਕ ਲੱਭ ਪੈਣ। ਅਸਲ ਵਿੱਚ ਇਹ ਪੇਸ਼ਾਵਰ ਕਾਲਾ ਜਾਦੂ ਪੱਪੂ ਸਿਹਾਲੀ ਹੈ, ਜਿਹੜਾ ਕਿ ਆਪਣੇ ਕਿੱਤੇ ਵਾਸਤੇ ਮਲਿਆਲੀ ਬਣਿਆ ਹੋਇਆ ਹੈ। ਭਾਵੇਂ ਉਹ ਮਲਿਆਲਮ ਲਿਖ ਜਾਂ ਪੜ੍ਹ ਨਹੀਂ ਸਕਦਾ, ਪਰ ਉਹ ਬਹੁਤ ਹੀ ਸੁਗਮਤਾ ਅਤੇ ਆਸਾਨੀ ਨਾਲ ਮਲਿਆਲਮ ਬੋਲ ਲੈਂਦਾ ਹੈ। ਜ਼ਬਰਦਸਤੀ ਉਧਾਲੀ ਗਈ ਕੁੜੀ ਦਾ ਬਾਪ ਰਮਨ ਵੀ ਇੱਕ ਮਲਿਆਲੀ ਹੈ। ਉਸ ਦੀ ਰਿਹਾਇਸ਼ ਰਾਘਵਨ ਦੀ ਦੁਕਾਨ ਤੋਂ 2 ਫਰਲਾਂਗ ਦੀ ਦੂਰੀ ਤੇ ਹੈ, ਜਿੱਥੇ ਉਹ ਆਪਣੀ ਪਤਨੀ ਅਤੇ 3 ਧੀਆਂ ਨਾਲ ਰਹਿੰਦਾ ਹੈ। ਉਧਾਲੇ ਦੀ ਵਾਰਦਾਤ ਮਗਰੋਂ ਉਹ ਕੁਮਾਰਤੁੰਗਾ ਦੇ ਘਰ ਤੋਂ ਦੂਰ ਇੱਕ ਹੋਰ ਦੂਜੀ ਥਾਂ ਤੇ ਜਾ ਕੇ ਰਹਿਣ ਲੱਗ ਪਏ। ਰਮਨ ਅਤੇ ਉਸਦੀ 15 ਸਾਲਾ ਵੱਡੀ ਬੇਟੀ ਦੇ ਉਹਨਾਂ ਦੇ ਗੁਆਂਢ ਦੇ ਪੁੱਤਰ W ਕੁਮਾਰਤੁੰਗਾ ਨਾਲ ਦੋਸਤਾਨਾ ਸੰਬੰਧ ਸਨ। ਜਦੋਂ ਉਸਦੇ ਮਾਪੇ ਗੁਆਂਢੀਆਂ ਦੇ ਘਰ ਵਿਆਹ ਤੇ ਗਏ ਹੋਏ ਸਨ ਤਾਂ 21 ਜਨਵਰੀ ਨੂੰ ਰਾਤ ਦੇ 9 ਵਜੇ ਇਹ ਕੁੜੀ ਕੁਮਾਰਤੁੰਗਾ ਨਾਲ ਘਰੋਂ ਭੱਜ ਗਈ। ਲਾਈਟ ਰੀਡਰ ਸਿਲਵਰ ਸਮਿਥ ਲੇਨ ਕੋਲੰਬੋ 12 ਵਿਖੇ ਮੈਂ ਅਤੇ ਰਾਘਵਨ 15 ਮਿੰਟਾਂ ਵਿੱਚ ਪੱਪੂ ਦੇ ਘਰ ਪਹੁੰਚ ਗਏ। ਪੱਪੂ ਦੇ ਘਰ ਸਾਹਮਣੇ ਸਾਈਨ ਬੋਰਡ ਅੰਗਰੇਜ਼ੀ, ਸਿੰਹਾਲੀ, ਤਾਮਿਲ ਅਤੇ ਮਲਿਆਲਮ ਵਿੱਚ ਲਿਖਿਆ ਹੋਇਆ ਸੀ। ਪੱਪੂ ਦੇ ਘਰ ਦੇ ਵਰਾਂਡੇ ਵਿੱਚੋਂ ਦੀ ਲੰਘ ਕੇ ਅਸੀਂ ਇੱਕ ਬੈਠਕ ਵਿੱਚ ਅੱਪੜ ਗਏ। ਉਡੀਕ ਘਰ ਵਿਚਾਲੇ ਦੇ
ਬੈਂਚ ਅਤੇ ਕੁਰਸੀਆਂ ਪਵਿੱਤਰਗਾਹ ਵਿੱਚ ਜਾਣ ਲਈ ਉਡੀਕ ਕਰ ਰਹੇ ਮਰਦ ਅਤੇ ਔਰਤਾਂ ਨਾਲ ਭਰੀਆਂ ਪਈਆਂ ਸਨ। ਪੱਪੂ ਦੀ ਸਹਾਲੀ ਪਤਨੀ ਇੱਕ ਪੇਂਡੂ ਮਲਿਆਲੀ ਔਰਤ ਵਾਂਗੂ ਸਜੀ ਹੋਈ ਸੀ ਅਤੇ ਗਾਹਕਾਂ ਨੂੰ ਦੱਸ ਰਹੀ ਸੀ ਕਿ ਕਿਵੇਂ ਪੱਪੂ ਸਾਹਮਣੇ ਉਹਨਾਂ ਨੇ ਪੈਸੇ ਆਦਿ ਭੇਟਾਂ ਚੜਾਉਣੇ ਹਨ। ਉਹ ਉਹਨਾਂ ਨਾਲ ਮਿੱਠੀਆਂ ਗੱਲਾਂ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਜਾਣ ਲੈਂਦੀ ਸੀ। ਉਹ ਚਿਰਾਗ ਦੀਆਂ ਬੱਤੀਆਂ ਠੀਕ ਕਰਨ ਦੇ ਬਹਾਨੇ ਅਕਸਰ ਕਈ ਵਾਰੀ ਅੰਦਰ ਪਵਿੱਤਰਗਾਹ ਵਿੱਚ ਜਾਂਦੀ ਸੀ, ਜਿੱਥੇ ਚੋਰੀ ਛੁਪੇ ਉਹ ਪੱਪੂ ਨੂੰ ਇਹ ਗੱਲਾਂ ਦੱਸ ਆਉਂਦੀ ਸੀ। ਰਾਘਵਨ ਇਸ ਘਰ ਦਾ ਜਾਣਿਆ ਪਛਾਣਿਆ ਬੰਦਾ ਜਾਪਦਾ ਹੈ, ਕਿਉਂਕਿ ਅਸੀਂ ਬਿਨਾਂ ਆਪਣੀ ਵਾਰੀ ਦੀ ਉਡੀਕ ਕੀਤਿਆਂ ਜੁੱਤੀਆਂ ਲਾ ਕੇ ਪੱਪੂ ਕੋਲ ਪਵਿੱਤਰਗਾਹ ਵਿੱਚ ਜਾ ਪਹੁੰਚੇ। ਇਹ 10 ਵਰਗ ਮੀਟਰ ਆਕਾਰ ਦਾ ਤੰਗ ਜਿਹਾ ਕਮਰਾ ਹੈ, ਜਿਹੜਾ ਕਿ ਧੂਫ, ਨਾਰੀਅਲ ਦੇ ਤੇਲ ਅਤੇ ਮੁਸ਼ਕ-ਕਫੂਰ ਦੀ ਗੰਧ ਨਾਲ ਭਰਿਆ ਪਿਆ ਸੀ। ਇਸ ਕਮਰੇ ਦੇ ਵਿਚਕਾਰ ਮੁਸ਼ਕ-ਕਫੂਰ ਜਲਣ ਵਾਸਤੇ ਅੱਗ ਪਾਉਣ ਵਾਸਤੇ ਇੱਕ ਤਿਕੋਣਾ ਟੋਇਆ ਪੁੱਟਿਆ ਹੋਇਆ ਸੀ। ਇਸ ਟੋਏ ਦੇ ਆਲੇ ਦੁਆਲੇ ਚੜਾਵਾ ਜਿਵੇਂ ਕਿ ਖੋਪੇ ਦੀਆਂ ਠੂਠੀਆਂ, ਕੱਚੇ ਚਾਵਲ, ਉਬਲੇ ਹੋਏ ਚਾਵਲ ਆਦਿ ਦੇ ਢੇਰ ਲੱਗੇ ਹੋਏ ਸਨ। ਫਲਾਂ ਦੀ ਵੀ ਕੋਈ ਘਾਟ ਨਹੀਂ ਸੀ। ਪੈਸੇ ਪਾਨ ਦੇ ਪੱਤੇ ਵਿੱਚ ਲਪੇਟ ਕੇ ਪੱਪੂ ਦੇ ਹੱਥ ਵਿੱਚ ਫੜਾਏ ਜਾਂਦੇ ਸਨ। ਪੱਪੂ ਇਸ ਕਮਰੇ ਦੇ ਦੂਰ ਅੰਧੇਰੇ ਕੋਨੇ ਵਿੱਚ ਸਮਾਧੀ ਲਾਈ ਇੱਕ ਸਜੇ ਹੋਏ ਬਕਸੇ ਦੇ ਪਿੱਛੇ ਬੈਠਾ ਸੀ। ਪੱਪੂ ਇੱਕ ਸੰਨਿਆਸੀ ਜਾਪਦਾ ਸੀ, ਜਿਸ ਦੇ ਲੰਬੇ ਵਾਲ ਅਤੇ ਦਾੜ੍ਹੀ ਸੀ ਅਤੇ ਸਾਰੇ ਤਨ ਦੇ ਪਵਿੱਤਰ ਰਾਖ ਦੀ ਭਭੂਤੀ ਮਲੀ ਹੋਈ ਸੀ। ਸਾਰੀ ਖਾਲੀ ਥਾਂ ਵੰਨ-ਸੁਵੰਨੇ ਬਹੁਰੰਗੀ ਬਹੁਭੇਖੀ ਦੇਵਤਿਆਂ ਦੀਆਂ ਤਸਵੀਰਾਂ ਨਾਲ ਭਰੀ ਹੋਈ ਸੀ। ਇਹਨਾਂ ਦੇਵਤਿਆਂ ਦੇ ਗਲਾਂ ਵਿੱਚ ਮੁਰਝਾਏ ਹੋਏ ਚੰਬੇਲੀ ਦੇ ਫੁੱਲਾਂ ਦੇ ਹਾਰ ਪਾਏ ਹੋਏ ਸਨ। ਚਾਰੇ ਖੂੰਜਿਆਂ ਵਿੱਚ ਦੇਵਤੇ ਅਤੇ ਦੈਂਤਾਂ ਦੀਆਂ ਮਿੱਟੀ ਅਤੇ ਪਿੱਤਲ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਸਨ। ਚੀਜ਼ਾਂ ਦੇ ਇਸ ਢੇਰ ਨਾਲ ਕਮਰਾ ਇੱਕ ਪਵਿੱਤਰ ਮੰਦਰ ਵਰਗਾ ਲੱਗਦਾ ਸੀ। ਜਿਸ ਸਮੇਂ ਮੈਂ ਅਤੇ ਰਾਘਵਨ ਅੰਦਰ ਪਹੁੰਚੇ, ਪੱਪੂ ਸਾਹਮਣੇ ਇੱਕ ਗਾਹਕ ਨਾਲ ਗੱਲਾਂ ਕਰ ਰਿਹਾ ਸੀ। ਆਪਣੇ ਗਾਹਕ ਦੇ ਸਵਾਲਾਂ ਦਾ ਜਵਾਬ ਦੱਸਣ ਲੱਗਿਆ ਪੱਪੂ ਆਪਣੇ ਸਾਹਮਣੇ ਪਏ ਬਕਸੇ ਵਿੱਚ ਇੱਕ ਚੋਰ ਮੋਰੀ ਰਾਹੀਂ ਵੇਖ ਲੈਂਦਾ ਸੀ। ਰਾਘਵਨ ਅਤੇ ਮੈਂ ਬਕਸੇ ਦੇ ਨੇੜੇ ਹੀ ਬੈਠ ਗਏ। ਮੇਰੇ ਨਾਲ ਖਾਸ ਰਿਆਇਤ ਬਹਿਰ ਹੁੰਦਾ ਵੇਖ ਕੇ 10-12 ਉਤਸੁਕ ਲੋਕ ਵੀ ਕਮਰੇ ਵਿੱਚ ਆ ਪਹੁੰਚੇ ਅਤੇ ਮੇਰੇ ਪਿੱਛੇ ਆ ਖੜੇ। ਜਿਵੇਂ ਹੀ ਗਾਹਕ ਬਾਹਰ ਗਿਆ ਤਾਂ ਰਾਘਵਨ ਨੇ ਮੇਰੀ ਬਤੌਰ ਖੋਜਕਾਰ ਅਤੇ ਲੇਖਕ ਦੇ ਨਾਲ ਪੱਪੂ ਨਾਲ ਜਾਣ ਪਛਾਣ ਕਰਾਈ। ਪੱਪੂ ਨੇ ਸੋਚਿਆ ਕਿ ਇਹ ਮਸ਼ਹੂਰੀ ਅਤੇ ਪ੍ਰਚਾਰ ਦਾ ਚੰਗਾ ਪ੍ਰਤੀਕ ਹੈ। ਬਿਨਾਂ ਕੋਈ ਸਮਾਂ ਗਵਾਏ ਪੱਪੂ ਨੇ ਆਪਣੀਆਂ ਪਿਛਲੀਆਂ ਪ੍ਰਾਪਤੀਆਂ ਬਾਰੇ ਦੱਸਣਾ ਸ਼ੁਰੂ ਕੀਤਾ ਕਿ ਕਿਵੇਂ ਉਸਨੇ ਇਸ ਅਦਭੁਤ ਕਲਾ ਵਿੱਚ ਅਸਲੀ ਮਲਿਆਲੀ ਗੁਰੂਆਂ ਤੋਂ ਵਿੱਦਿਆ ਗ੍ਰਹਿਣ ਕਰਕੇ ਨਿਪੁੰਨਤਾ ਹਾਸਲ ਕੀਤੀ ਹੈ। ਉਸ ਦਾ ਅਸਲੀ ਨਾਮ ਹਰੀਮਾਨਸ ਬਰੇਰਾ ਹੈ। ਪੱਪੂ ਉਸ ਦਾ ਨਾਂ ਉਸਦੇ 4 ਮਲਿਆਲੀ ਗੁਰੂਆਂ ਨੇ ਧਰਿਆ ਹੈ। ਇਹ ਚਾਰੇ ਗੁਰੂ ਕ੍ਰਿਸ਼ਨਾ ਪਾਨੀਕਰ, ਕੁਮਾਰ ਪਾਨੀਕਰ, ਦਮੋਦਰ ਪਾਨੀਕਰ ਅਤੇ ਗੋਵਿੰਦਾ ਪਾਨੀਕਰ ਸਾਰੇ ਸਕੇ ਭਾਈ ਕੇਰਲਾ ਵਿੱਚ ਕੁੰਮਕੁਲਮ ਦੇ ਵਾਸੀ ਸਨ। ਉਹ ਸਾਰੇ ਲੋਕ ਉਸ ਸਮੇਂ ਲੰਕਾ ਵਿੱਚੋਂ ਉਸ ਸਮੇਂ ਚਲੇ ਗਏ ਜਦੋਂ ਜਾਪਾਨੀਆਂ ਨੇ ਕੋਲੰਬੋ ਤੋਂ ਬੰਬ ਸੁੱਟਿਆ। ਪੱਪੂ ਨੇ ਦੱਸਿਆ ਕਿ ਉਸਨੇ ਆਪਣੀ ਜਾਦੂ ਦੀ ਸ਼ਕਤੀ ਨਾਲ ਕਈ ਜੁਰਮਾਂ ਦੀ ਗੁੱਥੀ ਸੁਲਝਾਈ ਹੈ। ਉਹ ਪੱਤਰੀ ਵੇਖ ਕੇ ਸਹੀ ਗੱਲ ਦੱਸ ਦਿੰਦਾ ਹੈ। ਜਦੋਂ ਜਨਵਰੀ ਵਿੱਚ ਰਮਨ ਅਤੇ ਉਸਦੀ ਪਤਨੀ ਆਪਣੀ ਉਧਾਲੀ ਗਈ ਧੀ ਬਾਰੇ ਪੁੱਛਣ ਆਏ ਤਾਂ ਉਸਨੇ ਉਸ ਟੈਕਸੀ ਦਾ ਠੀਕ ਨੰਬਰ ਦੱਸ ਦਿੱਤਾ ਸੀ ਜਿਸ ਟੈਕਸੀ ਵਿੱਚ ਉਹ ਕੁੜੀ ਲਿਜਾਈ ਗਈ ਸੀ। ਪਰਖ ਦਾ ਸਮਾਂ। ਕਮਰੇ ਵਿੱਚ ਛੋਟੀ ਜਿਹੀ ਭੀੜ ਦੇ ਸਾਹਮਣੇ ਮੈਂ ਇੱਕ 5 ਰੁਪਏ ਦਾ ਨੋਟ ਕੱਢਿਆ ਅਤੇ ਆਪਣੀ ਖੱਬੀ ਮੁੱਠੀ ਵਿੱਚ ਘੁੱਟੀ ਰੱਖਿਆ ਅਤੇ ਪੱਪੂ ਨੂੰ ਪੱਤਰੀ ਵਿੱਚੋਂ ਵੇਖ ਕੇ ਨੋਟ ਦਾ ਨੰਬਰ ਦੱਸਣ ਲਈ ਬੇਨਤੀ ਕੀਤੀ। ਬਕਸੇ ਵਿੱਚ ਲਗਾਤਾਰ 2 ਮਿੰਟ ਦੇਖਣ ਉਪਰੰਤ ਪੱਪੂ ਨੇ ਨੰਬਰ ਦੱਸਣਾ ਸ਼ੁਰੂ ਕੀਤਾ। ਮੈਂ ਰਾਘਵਨ ਨੂੰ ਇੱਕ ਪੈਨ ਅਤੇ ਕਾਗਜ਼ ਨੰਬਰ ਲਿਖਣ ਵਾਸਤੇ ਦੇ ਦਿੱਤਾ। ਪੱਪੂ ਨੇ ਨੋਟ ਦਾ ਨੰਬਰ 84590283 ਦੱਸਿਆ। ਮੈਂ ਆਪਣੀ ਮੁੱਠੀ ਖੋਲ੍ਹੀ ਅਤੇ ਪੱਪੂ ਨੂੰ ਨੋਟ ਵਿਖਾਇਆ। ਰਾਘਵਨ ਅਤੇ ਹੋਰਾਂ ਨੂੰ ਵੀ ਨੋਟ ਦਿਖਾਇਆ। ਨੋਟ ਦਾ ਨੰਬਰ ਸੀ G51 398 415। ਕਮਰੇ ਵਿੱਚੋਂ ਕੋਈ ਵੀ ਇੱਕ ਸ਼ਬਦ ਨਾ ਬੋਲਿਆ। ਭਾਵੇਂ ਪੱਪੂ ਠੀਕ ਨੰਬਰ ਨਹੀਂ ਸੀ ਦੱਸ ਸਕਿਆ, ਮੈਂ ਫਿਰ ਵੀ ਉਸਦੀ ਕਰੰਸੀ ਨੋਟਾਂ ਦੇ ਉਗੜੇ ਦੁਗੜੇ ਨੰਬਰ ਹੂਬਹੂ ਦੱਸਣ ਦੀ ਨਿਰੀਖਣ ਸ਼ਕਤੀ ਦੀ ਐਵੇਂ ਪ੍ਰਸ਼ੰਸਾ ਕਰੀ ਜਾ ਰਿਹਾ ਸਾਂ। ਜਦੋਂ ਮੈਂ ਬਕਸੇ ਵਿੱਚ ਚੋਰ ਮੋਰੀ ਰਾਹੀਂ ਵੇਖਿਆ ਅਤੇ ਉੱਥੇ ਨੋਟਾਂ ਉੱਪਰ ਇੱਕ ਹੋਰ ਨੋਟ ਪਿਆ ਦੇਖਿਆ ਤਾਂ ਮੈਂ ਚੁੱਪ ਹੋ ਗਿਆ। ਮੈਂ ਆਪਦਾ ਨੋਟ ਵਾਪਸ ਬਟੂਏ ਵਿੱਚ ਪਾਇਆ। ਪੱਪੂ ਅਤੇ ਹੋਰਨਾਂ ਲੋਕਾਂ ਦਾ ਧੰਨਵਾਦ ਕੀਤਾ ਅਤੇ ਵਿਦਾਇਗੀ ਲਈ। ਜਿਵੇਂ ਹੀ ਮੈਂ ਕਾਰ ਵਿੱਚ ਬੈਠ ਰਿਹਾ ਸੀ ਤਾਂ ਰਾਘਵਨ ਨੇ ਮੇਰੇ ਕੰਨ ਵਿੱਚ ਆਖਿਆ, ਦੁਪਹਿਰ ਦੇ ਸਮੇਂ ਪੱਤਰੀ ਵੇਖਣਾ ਬਹੁਤ ਹੀ ਗਲਤ ਹੁੰਦਾ ਹੈ। ਦੂਜੇ ਦਿਨ ਮੈਂ ਗ੍ਰੈਂਡ ਪਾਸ ਥਾਣੇ ਵਿੱਚ ਉਸ ਅਫਸਰ ਨੂੰ ਮਿਲਿਆ ਜਿਸ ਨੇ ਇੱਕ ਕੇਸ ਦੀ ਪੜਤਾਲ ਕੀਤੀ ਸੀ। ਉਸ ਨੇ ਇੰਜ ਦੱਸਿਆ, ਉਧਾਲੇ ਬਾਰੇ ਸੂਚਨਾ ਪੁਲਿਸ ਸਟੇਸ਼ਨ ਨੂੰ
10 ਵਜੇ ਰਾਤੀ 21 ਜਨਵਰੀ 1963 ਨੂੰ ਦਿੱਤੀ ਗਈ ਸੀ। ਦੋਸ਼ੀ ਦਾ ਨਾਮ ਵੀ ਦੱਸਿਆ ਗਿਆ ਸੀ। ਇਸ ਉਪਰੰਤ ਸਾਰੇ ਪੁਲਿਸ ਸਟੇਸ਼ਨਾਂ ਨੂੰ ਇਸ ਜੋੜੇ ਦੀ ਤਲਾਸ਼ ਵਾਸਤੇ ਵਾਇਰਲੈਸ ਰਾਹੀਂ ਚੌਕੰਨੇ ਕਰ ਦਿੱਤਾ ਗਿਆ ਸੀ। ਅੰਬਾਲਾ ਗੋਡਾ ਇਲਾਕੇ ਵਿੱਚ ਗਸ਼ਤ ਕਰ ਰਹੀ ਪੁਲਿਸ ਨੇ ਸ਼ੱਕ ਪੈਣ ਤੇ ਇੱਕ ਟੈਕਸੀ ਕਾਬੂ ਕਰ ਲਈ, ਜਿਸ ਵਿੱਚ ਇੱਕ ਲੜਕੀ ਅਤੇ 2 ਜਵਾਨ ਮੁੰਡੇ ਗਾਲੇ ਦੀ ਤਾਰੀਫ ਜਾ ਰਹੇ ਸਨ। ਦੂਜੀ ਸਵੇਰ ਉਹਨਾਂ ਨੂੰ ਗ੍ਰੈਂਡ ਪਾਸ ਥਾਣੇ ਲਿਆਂਦਾ ਗਿਆ। ਕਿਸੇ ਨੇ ਵੀ ਪੁਲਿਸ ਨੂੰ ਟੈਕਸੀ ਦਾ ਨੰਬਰ ਨਹੀਂ ਦੱਸਿਆ। ਉਸੇ ਸ਼ਾਮ ਮੈਂ ਅਗਵਾ ਕੀਤੀ ਕੁੜੀ ਦੇ ਪਿਤਾ ਰਮਨ ਨੂੰ ਉਹਨਾਂ ਦੇ ਕੋਟਾਹਨਾ ਸਥਿਤ ਨਵੇਂ ਘਰ ਵਿੱਚ ਮਿਲਿਆ। ਕੇਸ ਦੀ ਪੈਰਵੀ ਕਰ ਰਹੇ ਵਕੀਲ ਨੂੰ ਇਹ ਕਹਿਣ ਦੀ ਲੋੜ ਪਈ ਸੀ ਕਿ ਲਾਈਟ ਰੀਡਰ ਨੇ ਸਾਨੂੰ ਟੈਕਸੀ ਦਾ ਸਹੀ ਨੰਬਰ ਦੱਸਿਆ ਸੀ। ਇਸ ਸਵਾਲ ਦਾ ਰਮਨ ਨੇ ਸੰਖੇਪ ਜਿਹਾ ਜਵਾਬ ਦਿੱਤਾ, ਜਨਾਬ, ਜੱਦੀ ਵਾਸੀਆਂ ਨੂੰ ਇਹ ਦੱਸਣ ਦਾ ਬਹੁਤ ਚੰਗਾ ਢੰਗ ਹੈ ਕਿ ਇੱਕ ਮਲਿਆਲੀ ਨਾਲ ਪੰਗਾ ਲੈਣਾ ਕਿੰਨਾ ਖਤਰਨਾਕ ਹੈ। For more contents related to rational thinking, subscribe our Tarkshil TV channel now. For instant updates of new videos, don't forget to press the bell icon.